दूजा हौमै एहा जात है, हौमै कर्म कमाहे, हौमै एई बंधना, फिर फिर जोनी पाहे, हौमै किथों उपजै, कित संजम ए जाए, हौमै एहो हुक्म है, पै किरत फिराहे, हौमै दीर्घ रोग है, दारू भी इसमाहे, किरपा करे जे अपनी, तां गुर का शब्द कमाहे, नानक कहे सुनो जनो, इत संजम दुख जाहे, पौड़ी सेव कीती संतोखी, जिनी सच्चो सच त्याया, ओनी मंदै पैर न रखियो, कर सुकृत धर्म कमाया, ओनी दुनिया तोड़े बंधना, अन्न पानी थोड़ा खाया, तू बख्शीशी अगला, नित देवें चढ़े सवाया, वडियाई वड्डा पाया। वाहिगुरु जी का खालसा, वाहिगुरु जी की फतेह। धन धन श्री गुरु अंगद देव पातशाह जी कहते ने, गुरसिखा ने जगियासा नाल पुछया, पातशाह सानू इस हौमे बारे समझाओ। धन गुरु अंगद देव पातशाह ने बख्शिश की, कहने लगे देखो भाई, हौमे यह जात है, ये जिहड़ी हौमे है ये कुदरती जीवां दा सुभाव है। जात का मतलब है इसकी होंद कुदरती सजीव के नाल ही आती है। जदों इसकी वखरी हस्ती बनी तो इसने अपने आप नूं वखरा जनाउणा शुरू कर दिता, ते फिर जदों हौमे का यह प्रभाव इस ते पिया कि मैं वखरा हाँ, ब्रह्मा वर्गियां नूं भी पै गया, वो भी चक्कर विच पै गया। ये जीव बेचारा किहड़े बाग की मूली है, तो ये अंदर हौमे कुदरती इसके नाल ही है। और इस हौमे के कारण हौमै कर्म कमाहे, जो ये काम करता है ਉਹਦੇ नाल भी हौमे, ਇਹਦਾ यत्न ਹੁੰਦਾ कि मेरी हौमे किसी तरह घट ना जाए। अपने कीते हुए कामां दा जदों वर्णन करन लगेगा, इन्नी वडियाई करेगा, इन्नियां सिफतां करेगा, भाव ये सिद्ध करने का यत्न करेगा भी मेरे बिना इहो जिहा काम कोई कर ही नहीं सकता। कई बारी वेख्या मनुख कहता जी मैं ना हुंदा ते काम होना ही नहीं सीगा, मैं ना उत्थे जांदा ये काम सिरे चढ़ना ही नहीं सीगा। लो गुरु अंगद देव पातशाह जी ने इस महला दूजा श्लोक विच फरमाया, हौमै एहा जात है, ये हौमे का कुदरती सुभाव है, क्योंकि मनुख नूं नाल ही मिलती है। ते जदों ये थोड़ा जिहा वड्डा हुंदा है, होश संभालदा है, कोई काम कार करन लगदा, वो भी फिर हौमे विच करदा। गल की हौमे इहदे नाल ही जम्मी है। हौमै एहा जात है, हौमै कर्म कमाए, फिर जो भी काम करते हैं जी हौमे विच करदे। हौमै एई बंधना, इहो ही हौमे फिर इनू बनना शुरू कर दिंदी।
ਇਹਦੇ ਲਈ ਬੰਧਨ ਰੂਪ ਬਣ ਜਾਂਦੀ। ਇਸ ਹਉਮੈ ਤੋਂ ਛੁੱਟਣ ਲਈ ਫਿਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ, ਛੋਟਾ ਹੋਵੇ ਵੱਡਾ ਹੋਵੇ, ਹਉਮੈ ਵਿੱਚ ਗੱਲ ਕਰੇ। ਇਹ ਫਿਰ ਹਉਮੈ ਇਹਦੇ ਲਈ ਬੰਧਨ ਬਣ ਜਾਂਦੀ। ਮਰਦਿਆਂ ਤੀਕਰ ਹਉਮੈ ਨਹੀਂ ਛੁੱਟਦੀ। ਮਰਨ ਤੀਕਰ ਵੀ ਬੰਦੇ ਦਾ ਸੁਭਾਅ ਮੈਂ ਦੇਖਿਆ ਕਿ ਉਹ ਬਸ ਹਉਮੈ ਕਰੇ। ਉਹਨੂੰ ਕਹੋ ਬਈ ਤੂੰ ਤੇ ਹੁਣ ਅੱਗੇ ਜਾ ਰਿਹਾ, ਕੋਈ ਰੱਬ ਦੀ ਛੱਡੋ ਜੀ, ਮੇਰੀ ਤੁਸੀਂ ਇਹ ਗੱਲ ਸੁਣੋ, ਮੇਰੀ ਤੁਸੀਂ ਇਹ ਗੱਲ ਸੁਣੋ, ਮੈਂ ਉੱਥੇ ਗਿਆ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੇਰੀ ਗੱਲ ਸੁਣੋ। ਨਤੀਜੇ ਵਜੋਂ ਪਾਤਸ਼ਾਹ ਕਹਿੰਦੇ ਫਿਰ ਜੋਨੀ ਪਾਹੇ। ਜਦੋਂ ਇਹ ਹਉਮੈ ਵਿੱਚ ਵੱਜ ਜਾਂਦਾ, ਇਹ ਹਉਮੈ ਹੀ ਇਸ 'ਤੇ ਜੰਮਣ ਮਰਨ ਦਾ ਕਾਰਨ ਬਣ ਜਾਂਦੀ। ਫਿਰ ਇਹਦੇ ਤੋਂ ਇਹਨੂੰ ਛੁੱਟਣਾ ਮੁਸ਼ਕਲ ਹੋ ਜਾਂਦਾ। ਜਿਵੇਂ ਕਿਸੇ ਨੂੰ ਕਿਸੇ ਗੱਲ ਦੀ ਆਦਤ ਪੈ ਜਾਏ ਨਾ, ਉਹ ਫਿਰ ਆਦਤ ਜਿਹੜੀ ਹੈ ਉਹਨੂੰ ਤਿਆਗਣਾ ਬੜਾ ਮੁਸ਼ਕਲ ਹੋ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਕਹਿੰਦੇ ਨੇ ਦੋ ਸਿੱਖ ਆਏ, ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਵੀ ਉਪਦੇਸ਼ ਕਰੋ। ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਕੀਤਾ। ਕਹਿਣ ਲੱਗੇ ਸਾਡੇ 'ਚ ਇੱਕ ਬਹੁਤ ਵੱਡੀ ਕਮੀ ਹੈ। ਅਸੀਂ ਆ ਪਿੰਡ ਦੇ ਚੌਧਰੀ ਅਤੇ ਸਾਨੂੰ ਝੂਠ ਬੋਲਣ ਦੀ ਬੜੀ ਆਦਤ। ਅਸੀਂ ਲੋਕਾਂ ਨੂੰ ਝੂਠੇ ਲਾਰੇ ਹੀ ਲਾ ਦਿੰਦੇ। ਕੋਈ ਕਿਰਪਾ ਕਰੋ ਕਿਸੇ ਤਰ੍ਹਾਂ ਸਾਡੀ ਇਹ ਆਦਤ ਛੁੱਟ ਜਾਏ। ਮਾਰੇ ਕਹਿੰਦੇ ਇਸ ਤਰ੍ਹਾਂ ਕਰੋ ਵੀ ਸਾਰੇ ਦਿਨ ਦਾ ਜਿੰਨੀ ਵਾਰੀ ਝੂਠ ਬੋਲੋ ਲਿਖ ਲਿਆ ਕਰੋ। ਫਿਰ ਸ਼ਾਮ ਨੂੰ ਸਤਸੰਗਤ ਵਿੱਚ ਜਾ ਕੇ ਖੜੇ ਹੋ ਜਾਓ ਅਤੇ ਹੱਥ ਜੋੜ ਕੇ ਕਹੋ ਸਾਧ ਸੰਗਤ ਜੀ ਅੱਜ ਅਸੀਂ ਇੰਨੀ ਵਾਰੀ ਝੂਠ ਬੋਲਿਆ। ਇੱਕ ਦਿਨ ਤੇ ਉਹਨਾਂ ਨੇ ਕੀਤਾ, ਦੂਜੇ ਦਿਨ ਉਹਨੂੰ ਬੜੀ ਸ਼ਰਮ ਆਈ ਵੀ ਲੋਕ ਕੀ ਕਹਿਣਗੇ। ਝੂਠ ਬੋਲਦੇ ਵੀ ਨੇ, ਸਾਨੂੰ ਸੁਣਾਉਂਦੇ ਵੀ। ਗੱਲ ਕੀ ਹੌਲੀ ਹੌਲੀ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਤਰੀਕੇ 'ਤੇ ਅਮਲ ਕਰਨ ਨਾਲ ਉਹਨਾਂ ਦੀ ਝੂਠ ਬੋਲਣ ਦੀ ਆਦਤ ਖਤਮ ਹੋ ਗਈ। ਮੇਰਾ ਕਹਿਣ ਦਾ ਮਤਲਬ ਜੋ ਅਸੀਂ ਕਰਦੇ ਹਾਂ ਨਾ, ਉਹ ਫਿਰ ਸਾਡੇ ਲਈ ਬੰਧਨ ਬਣ ਜਾਂਦਾ। ਉਹਦੇ ਵਿੱਚ ਅਸੀਂ ਜਕੜੇ ਜਾਂਦੇ ਹਾਂ, ਕਾਬੂ ਆ ਜਾਂਦੇ। ਗੁਰੂ ਪਾਤਸ਼ਾਹ ਵੀ ਇਹੀ ਗੱਲ ਕਹਿ ਰਹੇ ਨੇ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਈ ਬੰਧਨਾ, ਫਿਰ ਜੋਨੀ ਪਾਹੇ। ਫਿਰ ਜੰਮਣ ਮਰਨ ਦੇ ਚੱਕਰ 'ਚ ਪੈ ਜਾਂਦੇ। ਫਿਰ ਉਸ ਚੱਕਰ ਤੋਂ ਛੁੱਟਣਾ ਬੜਾ ਮੁਸ਼ਕਲ ਹੋ ਜਾਂਦਾ। ਹਉਮੈ ਕਿੱਥੋਂ ਉਪਜੈ। ਹੁਣ ਜਗਿਆਸੂ ਬੇਨਤੀ ਕਰਦੇ ਨੇ, ਪਾਤਸ਼ਾਹ ਇਹ ਹਉਮੈ ਪੈਦਾ ਕਿੱਥੋਂ ਹੁੰਦੀ ਤੇ ਕਿਤ ਸੰਜਮ ਇਹ ਜਾਏ। ਕਿਹੜੇ ਸਾਧਨ ਨਾਲ, ਕਿਹੜੇ ਯਤਨ ਨਾਲ, ਕਿਹੜੀ ਦਵਾਈ ਨਾਲ ਇਹ ਖਤਮ ਹੋ ਸਕਦੀ। ਹੁਣ ਪਾਤਸ਼ਾਹ ਨੇ ਫਰਮਾਇਆ ਹਉਮੈ ਇਹੋ ਹੁਕਮ ਹੈ। ਇਹ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਇਹਨੂੰ ਜੰਮਣ ਮਰਨ ਦੇ ਚੱਕਰ 'ਚ ਪਾਉਂਦੀ। ਅਕਾਲ ਪੁਰਖ ਵੱਲੋਂ ਇਹ ਹੁਕਮ ਹੈ ਕਿ ਜਿਹੜੇ ਅਹੰਕਾਰੀ ਨੇ ਇਹਨਾਂ ਵਾਸਤੇ ਇਹੀ ਸਜ਼ਾ ਹੈ ਕਿ ਪਿਆ ਕਿਰਤ ਫਿਰਾਹੀ। ਇਹ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਫਿਰ ਜਮ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਕਿਉਂਕਿ ਮਹਾਰਾਜ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ। ਦੀਰਘ ਰੋਗ ਅਸਲ ਵਿੱਚ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਲਾ ਇਲਾਜ ਹੋਵੇ, ਜਿਹੜਾ ਲੰਮੀ ਦੇਰ ਤੀਕਰ ਚੱਲਣ ਵਾਲਾ ਹੋਵੇ। ਮਹਾਰਾਜ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਆਹ ਜਿਹੜੀ ਗੁੰਝਲ ਹੈ ਨਾ, ਇਹਨੂੰ ਖੋਲ੍ਹਣ ਵਾਸਤੇ ਬੜੀ ਬਰੀਕੀ ਨਾਲ ਗੁਰੂ ਆਸ਼ੇ ਨੂੰ ਸਮਝਣਾ ਪਵੇਗਾ। ਵੀ ਇਹ ਗੱਲ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਹਉਮੈ ਬੜਾ ਵੱਡਾ ਰੋਗ ਹੈ, ਪਰ ਦਾਰੂ ਵੀ ਸਮਾ ਹੈ।
ਹੁਣ ਪਾਤਸ਼ਾਹ ਨੇ ਜਿੰਨੀ ਕੁ ਤੁੱਛ ਬੁੱਧ ਦਿੱਤੀ ਹੈ ਉਹਦੇ ਮੁਤਾਬਕ ਇਹ ਸਮਝ ਆਈ ਭਾਈ ਮਨੁੱਖ ਹੀ ਹਉਮੈ ਕਰਦਾ ਤੇ ਮਨੁੱਖ ਨੇ ਹੀ ਹਉਮੈ ਛੱਡਣੀ ਹੈ। ਲੋ ਦਾਰੂ ਵੀ ਇੱਥੇ ਹੀ ਹੈ। ਮੈਂ ਆਪਣੀ ਤੁੱਛ ਬੁੱਧੀ ਨਾਲ ਸਮਝਾ ਰਿਹਾ। ਟੀਕਾਕਾਰਾਂ ਨੇ, ਵਿਦਵਾਨਾਂ ਨੇ ਵੱਖ ਵੱਖ ਤਰੀਕਿਆਂ ਨਾਲ ਇਸ ਦਾ ਵਰਣਨ ਕੀਤਾ, ਪਰ ਮੈਂ ਸਮਝਦਾ ਹਾਂ ਕਿ ਜਿਸ ਦਿਨ ਬੰਦੇ ਨੂੰ ਇਹ ਵਿਚਾਰ ਆ ਜਾਏ ਗੁਰੂ ਕਿਰਪਾ ਦੁਆਰਾ ਵੀ ਹਉਮੈ ਕਰਦਾ ਕੌਣ ਹੈ, ਜਿਹੜਾ ਬੰਦਾ ਹਉਮੈ ਕਰਦਾ ਉਹੀ ਛੱਡੇਗਾ ਨਾ। ਉਹਦੀ ਜਗ੍ਹਾ ਕੋਈ ਦੂਜਾ ਛੱਡੇ ਦੇ ਉਹਨੂੰ ਕੀ ਫਾਇਦਾ। तो पातशाह ने क्या हौमै दीर्घ रोग है दारू भी इस माहे। दारू भी है, ये नहीं कि ये ला इलाज है, ये नहीं कि हौमे नूं छड्या नहीं जा सकता, हौमे तो बचिया नहीं जा सकता, नहीं बचिया जा सकता। किरपा करे जे अपनी तां गुर का शब्द कमाए। ਹੁਣ ਦੇਖੋ ਅਸੀਂ ਆਪਣੇ ਆਪਣੇ ਅੰਦਰ ਝਾਤ ਮਾਰੀ, ਜੋ ਕੁਝ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਜੋ ਕੁਝ ਅਸੀਂ ਸਤ ਸੰਗਤ ਵਿੱਚ ਜਾ ਕੇ ਸੁਣਦੇ ਹਾਂ, ਉਹਦੇ ਉੱਤੇ ਅਸੀਂ ਅਮਲ ਕਰਦੇ ਹਾਂ। ਕਿਰਪਾ ਕਰੇ ਜੇ ਆਪਣੀ, ਜੇ ਉਹ ਵਾਹਿਗੁਰੂ ਕਿਰਪਾ ਕਰ ਦੇਵੇ, ਸਾਨੂੰ ਸਤ ਸੰਗਤ ਨਾਲ ਮੇਲ ਦੇਵੇ, ਉੱਥੇ ਗੁਰੂ ਦਾ ਸ਼ਬਦ ਸੁਣ ਲਈਏ। मैं किसी महात्मा पुरुष के विचार पढ़े सन कि हर बंदे दे उत्ते 4 प्रकार की कृपा है, नोट करो। एक है वाहिगुरु कृपा, प्रभु कृपा, दूजी है गुरु की कृपा, तीजी है शास्त्र कृपा, ते चौथी है अपने उत्ते अपनी कृपा। प्रभु किरपा होगी कि मनुखा जन्म मिल गया, गुरु किरपा होगी कि सानू ज्ञान दे रहे ने, शास्त्र किरपा होगी चंगा ਸਾਹਿਤ पढ़ो, चंगा लिटरेचर पढ़ो, चंगियां पुस्तकां पोथियां दा अध्ययन करो, उत्थों भी बड़ियां सिक्ख्यादायक बातां मिलदियां। मैं अक्सर जदों अखबार पढ़ लवां ਤੇ ਉਹਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਮੈਂ ਜ਼ਰੂਰ ਪੜ੍ਹਦਾ। ਉਹ ਫਿਰ ਹਿਰਦੇ ਨੂੰ ਟੁੰਬਦੀਆਂ ਨੇ ਵੀ ਇਹ ਚੰਗੀਆਂ ਗੱਲਾਂ ਤੈਨੂੰ ਵੀ ਕਰਨੀਆਂ ਚਾਹੀਦੀਆਂ। ਪਰ ਇਹ ਤਿੰਨੇ ਕਿਰਪਾ ਤਾਂ ਸਫਲ ਹੋਣਗੀਆਂ ਜੇ ਮਨੁੱਖ ਆਪਣੇ ਉੱਤੇ ਆਪਣੀ ਕਿਰਪਾ ਕਰੇ। ਚੰਗੀਆਂ ਗੱਲਾਂ ਸੁਣ ਲਈਆਂ, ਪੜ੍ਹ ਲਈਆਂ ਤੇ ਉਹਨਾਂ 'ਤੇ ਅਮਲ ਕੌਣ ਕਰੇਗਾ। पर यह ठीक है कि उसकी बख्शिश तो बिना ये दात नहीं मिलती। तो महाराज कहते किरपा करे जे अपनी तां गुर का शब्द कमाए। बस इस पक्षों असीं ढिले हाँ, पाठ करते भी हाँ, पाठ सुणाउंदे भी हाँ, कीर्तन करते भी हाँ, कीर्तन सुणाउंदे भी हाँ, कथा करते भी हाँ, कथा जानते भी, पर ਉਹਦੇ 'ਤੇ ਅਮਲ ਨਹੀਂ ਕਰਦੇ। ਅਮਲ ਨਾ ਕਰਨ ਕਰਕੇ ਅੱਜ ਲੋਕ ਉਂਗਲਾਂ ਕਰਨ ਲੱਗ ਪਏ ਨੇ। ਇਹ ਗੁਰੂ ਦੇ ਸਿੱਖਾਂ ਦਾ ਹਾਲ ਹੈ, ਇਹ ਗੁਰੂ ਦੇ ਸਿੱਖਾਂ ਦੀ ਹਾਲਤ ਹੈ। ਤੋ ਗੱਲ ਕੀ ਕਿਰਪਾ ਹੀ ਨਹੀਂ ਹੋ ਰਹੀ। ਮਹਾਰਾਜ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਬਸ ਗੁਰੂ ਦੇ ਸ਼ਬਦ ਨੂੰ ਕਮਾਉਣ ਲੱਗ ਪਓ। ਜੋ ਕੁਝ ਗੁਰੂ ਕਾ ਸ਼ਬਦ ਗੁਰਬਾਣੀ ਕਹਿੰਦੀ ਉਹਦੇ ਅਨੁਸਾਰ ਆਪਣਾ ਜੀਵਨ ਢਾਲੋ। ਨਾਨਕ ਕਹਿ ਸੁਣੋ ਜਨੋ। ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਹੈ, ਇੱਥੇ ਰੁਕਣਾ ਨਹੀਂ ਹੈਗਾ। ਇੱਥੇ ਇਕੱਠਾ ਪੜ੍ਹਨਾ। ਨਾਨਕ ਕਹਿ ਸੁਣੋ ਜਨੋ। ਹੇ ਪਿਆਰਿਓ ਸੁਣੋ। ਇਤ ਸੰਜਮ ਦੁੱਖ ਜਾਹੇ। ਇਸ ਯਤਨ ਦੇ ਨਾਲ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਇਹ ਸਾਰੇ ਹਉਮੈ ਤੋਂ ਪੈਦਾ ਹੋਏ ਜਿਤਨੇ ਦੁੱਖ ਨੇ ਜਾਹੇ ਤੁਹਾਡਾ ਖਹਿੜਾ ਛੱਡ ਜਾਣ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।
ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ। ਪੌੜੀ ਸੇਵ ਕੀਤੀ ਸੰਤੋਖੀ। ਦੇਖੋ ਇਹ ਜਿਤਨੇ ਦੋਸ਼ ਲੱਗ ਰਹੇ ਨੇ, ਗੁਨਾਹ ਹੋ ਰਹੇ ਨੇ, ਇਹਨਾਂ ਦੇ ਪਿੱਛੇ ਇੱਕ ਚੀਜ਼ ਕੰਮ ਕਰ ਰਹੀ, ਉਹ ਹੈ ਲਾਲਚ। ਲਾਲਚ ਵਸੀ ਹੋ ਕੇ ਅੱਜ ਮੈਂ ਦੇਖਦਾ ਸਾਡੇ ਦੇਸ਼ ਦੇ ਵਿਰਲੇ ਬੰਦੇ ਨੇ ਜਿਹੜੇ ਸੰਤੋਖ ਵਿੱਚ ਨੇ, ਨਹੀਂ ਤੇ ਬਹੁਤਿਆਂ ਦੀ ਹਾਲਤ ਤੇ ਇਹ ਹੈ ਵੀ ਜਿਹੜੀ ਤੇ ਤਨਖਾਹ ਮਿਲ ਰਹੀ ਹੈ ਉਹ ਤੇ ਹੋਈ ਨਾ ਸਾਡੀ ਤਨਖਾਹ, ਤੇ ਉੱਤੋਂ ਮਲਾਈ ਕਿਤਨੀ ਲੱਥੀ ਹੈ, ਉੱਤੋਂ ਸਾਨੂੰ ਕਿੰਨੀ ਕਮਾਈ ਹੋਈ ਹੈ। ਬਸ ਇਸ ਚੱਕਰ ਨੇ ਵੱਡੀਆਂ ਵੱਡੀਆਂ ਪਦਵੀਆਂ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ। ਪਰ ਵਿਰਲੇ ਹਨ ਜਿਨ੍ਹਾਂ ਦੇ ਅੰਦਰ ਸੰਤੋਖ ਹੈ। ਉਹ ਕਹਿੰਦੇ ਨਹੀਂ ਭਾਈ, ਅਸੀਂ ਤਾਂ ਆਪਣੇ ਦਾਇਰੇ ਵਿੱਚ ਰਹਿ ਕੇ ਉਹ ਕੰਮ ਕਰਨਾ ਜੋ ਸਾਡੀ ਡਿਊਟੀ ਹੈ। ਅਸੀਂ ਲਾਲਚ ਵਸੀ ਹੋ ਕੇ ਕਿਸੇ ਵੀ ਗਲਤ ਕੰਮ ਵਿੱਚ ਹੱਥ ਨਹੀਂ ਪਾਉਣਾ। ਸੇਵ ਕੀਤੀ ਸੰਤੋਖੀ, ਇਹਦਾ ਉਚਾਰਨ ਜ਼ਰਾ ਧਿਆਨ ਰੱਖਣਾ। ਸੰਤੋਖੀ, ਸੰਤੋਖੀਆਂ ਨੇ। ਸੰਤੋਖੀ ਮਨੁੱਖ ਜਿਹੜੇ ਨੇ ਉਹ ਆਪਣੇ ਅਵਿਨਾਸ਼ੀ ਪ੍ਰਭੂ ਨੂੰ ਯਾਦ ਕਰਦੇ ਨੇ, ਉਹਨੂੰ ਹਾਜ਼ਰ ਨਾਜ਼ਰ ਸਮਝਦੇ ਨੇ। ਮੈਂ ਤੇ ਗੁਰੂ ਅਮਰਦਾਸ ਜੀ ਦਾ ਇੱਕੋ ਹੀ ਸ਼ਲੋਕ, ਇੱਕ ਸਿਧਾਂਤ ਪੜ੍ਹ ਕੇ ਹੈਰਾਨ ਹੋ। ਆਂਦੇ ਤੁਹਾਨੂੰ ਹੋਰ ਬਹੁਤਾ ਕੁਝ ਕਰਨ ਦੀ ਲੋੜ ਨਹੀਂ। ਭੈ ਵਿੱਚ ਬੈਸੈ ਭੈ ਰਹਿ, ਭੈ ਵਿੱਚ ਕਮਾਵੇ ਕਾਰ। ਜਿੱਥੇ ਬੈਠੋ ਉਹਦੇ ਭੈ ਵਿੱਚ ਬੈਠੋ, ਜਿੱਥੇ ਰਹੋ ਉਹਦੇ ਭੈ ਵਿੱਚ ਰਹੋ। ਜਿਹੜੀ ਕਿਰਤਕਾਰ ਡਿਊਟੀ ਤੁਹਾਨੂੰ ਮਿਲੀ ਹੈ ਉਹਨੂੰ ਭੈ ਵਿੱਚ ਕਰੋ। ਇੱਥੇ ਸੁਖ ਵਡਿਆਈਆਂ ਦਰਗਾਹ ਮੁਖ ਦੁਆਰ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ। ਤੇ ਜਿਨ੍ਹਾਂ ਦੇ ਅੰਦਰ ਸੰਤੋਖ ਆ ਗਿਆ ਉਹ ਗਲਤ ਕੰਮ ਨਹੀਂ ਕਰਦੇ। ਉਹ ਤਾਂ ਸੱਚੋ ਸੱਚ ਨਿਰੋਲ ਸੱਚੇ ਪਰਮੇਸ਼ਵਰ ਨੂੰ ਯਾਦ ਕਰਦੇ। ਕਹਿੰਦੇ ਜਿਹਨੇ ਪੈਦਾ ਕੀਤਾ ਉਹ ਰੋਜ਼ੀ ਦੇਗਾ, ਉਹ ਦੇ ਰਿਹਾ। ਅਸੀਂ ਗਲਤ ਕੰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਨਹੀਂ, ਸੇਵ ਕੀਤੀ ਸੰਤੋਖੀ। ਸੰਤੋਖੀ ਬੰਦੇ ਜਿਹੜੇ ਨੇ ਉਹ ਜੋ ਡਿਊਟੀ ਕਰਦੇ ਨੇ ਉਹ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੇ। ਜਿਨੀ ਸੱਚੋ ਸੱਚ ਤੇ ਆਇਆ, ਉਹਨਾਂ ਦੀ ਪਛਾਣ ਕੀ ਹੈ? ਓਨੀ ਮੰਦੇ ਪੈਰ ਨਾ ਰੱਖਿਓ। ਉਹ ਭੈੜੇ ਪਾਸੇ ਵੱਲ ਤੁਰਦੇ ਹੀ ਨਹੀਂ ਹੈਗੇ, ਨੇਕ ਵੀ ਹੈਗੇ ਨੇ। ਉਹਨਾਂ ਨੂੰ ਕਈ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ, ਉਹਨਾਂ ਨੂੰ ਕਈ ਵਾਰੀ ਪਦਵੀਆਂ ਤੋਂ ਹੱਥ ਵੀ ਧੋਣੇ ਪੈਂਦੇ ਨੇ। ਕਿਉਂਕਿ ਜਿਹੜੇ ਕਰਪਟ ਅਫਸਰ ਨੇ, ਕਰਪਟ ਮੰਤਰੀ ਨੇ, ਉਹਨਾਂ ਨੂੰ ਗਲਤ ਕੰਮ ਕਰਨ ਲਈ ਕਹਿੰਦੇ ਨੇ, ਉਹ ਜਵਾਬ ਦਿੰਦੇ ਨੇ, ਉਹਨਾਂ ਦੀ ਛੁੱਟੀ ਹੋ ਜਾਂਦੀ। ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹ ਨੇਕ ਕੰਮ ਕਰਦੇ ਨੇ ਔਰ ਉਹ ਆਪਣਾ ਧਰਮ ਕਮਾਉਂਦੇ ਹਨ। ਉਹ ਆਪਣੀ ਡਿਊਟੀ ਨੂੰ ਠੀਕ ਤਰ੍ਹਾਂ ਚੱਲਦੇ ਨੇ। ਇਹੀ ਹੈ ਧਰਮ ਅਨੁਸਾਰ ਆਪਣਾ ਜੀਵਨ ਬਣਾਇਆ। ਔਰ ਉਹਨਾਂ ਨੂੰ ਇਸ ਗੱਲ ਦੀ ਬੜੀ ਸ਼ਾਂਤੀ ਮਿਲਦੀ ਹੈ, ਬੜਾ ਸੁੱਖ ਮਿਲਦਾ। ਓਨੀ ਦੁਨੀਆ ਤੋੜੇ ਬੰਧਨਾ। ਉਹਨਾਂ ਨੇ ਦੁਨੀਆ ਦੇ ਬੰਧਨਾਂ ਨੂੰ ਤੋੜਿਆ। ਲੋਕ ਕੀ ਕਹਿਣਗੇ? ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਕਹਿੰਦੇ ਥੋੜੇ ਨਾਲ ਗੁਜ਼ਾਰਾ ਕਰ ਲਵਾਂਗੇ। ਆਪਣੇ ਬੱਚਿਆਂ ਨੂੰ ਵੀ ਹੋਈ ਸਮਝਾਉਂਦੇ ਨੇ। ਤਾਂ ਮਤਲਬ ਕਹਿਣ ਤੋਂ ਅਲਪ ਆਹਾਰ ਸੁਲਭ ਸ਼ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭੈ ਭੋ, ਹੋਵੇ ਭੋ ਤ੍ਰਿਗੁਣ ਅਤੀਤ। ਉਹ ਗਲਤ ਪਾਸੇ ਨਹੀਂ ਤੁਰਦੇ। ਤੇ ਤੂੰ ਬਖਸ਼ੀਸ਼ੀ ਅਗਲਾ, ਹੇ ਵਾਹਿਗੁਰੂ
तू बहुत वड्डा बख्शीशी बख्शा करन वाला, नित देवै चढ़े सवाया। ਉਹਨਾਂ ਦੇ ਇਸ ਆਤਮਿਕ ਜੀਵਨ ਵਿੱਚ ਕਦੇ ਘਾਟ ਨਹੀਂ ਆਉਂਦੀ, ਉਹ ਹੋਰ ਚੜ੍ਹਦੇ ਤੋਂ ਚੜ੍ਹਦੇ ਜਾਂਦੇ ਤੇ ਵਡਿਆਈ ਵੱਡਾ ਪਾਇਆ। ਭਾਈ ਇਸ ਤਰ੍ਹਾਂ ਨੇਕ ਕੰਮ ਕਰਕੇ, ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਸੰਤੋਖੀ ਮਨੁੱਖ ਜਿਹੜੇ ਨੇ ਉਹ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਦੇ ਨਾਲ ਇਕਮਿਕ ਹੋ ਜਾਂਦੇ ਨੇ। ਬਾਣੀ ਦੁਆਰਾ ਸਾਨੂੰ ਜੀਵਨ ਜਾਚ ਸਿਖਾਈ ਜਾ ਰਹੀ ਹੈ। ਆਓ ਇਸ ਤੋਂ ਪ੍ਰੇਰਨਾ ਲਈਏ ਤੇ ਆਪਣੇ ਜੀਵਨ ਨੂੰ ਸੁਖੀ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।